ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਕੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਯਾਤਰੀਆਂ ਦੀ ਪਰੇਸ਼ਾਨੀ ਦਾ ਨਿਕਲਿਆ ਹੱਲ। 에ਅਰਪੋਰਟ ਤੇ ਯਾਤਰੀਆਂ ਨੂੰ ਹੋ ਰਹੀ ਸੀ ਪਰੇਸ਼ਾਨੀ। ਤੂਫਾਨ ਕਾਰਨ ਨੁਕਸਾਨ। ਓਨਟਾਰੀਓ ਤੋਂ ਆਈ ਜਾਣਕਾਰੀ। ਮਈ ਮਹੀਨੇ ਸੇਲ ਵਿੱਚ ਵਾਧਾ। $7.4 ਬਿਲੀਅਨ ਦੀ ਹੋਈ ਸੇਲ। ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮਯਾਬ। ਪੁਲਿਸ ਨੇ ਕੀਤੀ ਵਿਅਕਤੀ ਤੇ ਕਾਰਵਾਈ। 에ਅਰਪੋਰਟ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਬਾਰੇ ਹੁਣ ਫੈਡਰਲ ਸਰਕਾਰ ਦੇ ਮੰਤਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਸ ਮੁਸ਼ਕਲ ਦੇ ਨਿਪਟਾਰੇ ਵਾਸਤੇ ਕਿਹੜੇ ਕਦਮ ਚੁੱਕੇ ਜਾ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਹੁਣ ਯਾਤਰੀਆਂ ਨੂੰ ਬਹੁਤਾ ਇੰਤਜ਼ਾਰ 에ਅਰਪੋਰਟ ਤੇ ਕਰਨਾ ਨਹੀਂ ਪੈਂਦਾ। ਯਾਤਰੀਆਂ ਨੂੰ ਜੋ 에ਅਰਪੋਰਟ ਤੇ ਪਰੇਸ਼ਾਨੀ ਆ ਰਹੀ ਹੈ, ਉਸ ਦੇ ਹੱਲ ਵਾਸਤੇ ਕੈਨੇਡਾ ਸਰਕਾਰ ਵੱਲੋਂ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹਨਾਂ ਨੂੰ ਨਾ ਕਰਨਾ ਪਵੇ। ਦਰਅਸਲ 에ਅਰਪੋਰਟ ਤੇ ਯਾਤਰੀਆਂ ਨੂੰ ਉਡਾਨਾਂ ਵਿੱਚ ਦੇਰੀ, ਉਡਾਨਾਂ ਰੱਦ ਹੋਣ ਅਤੇ ਆਪਣੇ ਸਮਾਨ ਦੇ ਖੋਹ ਜਾਣ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਂਸਪੋਰਟ ਮੰਤਰੀ ਵੱਲੋਂ ਕੁਝ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਕਿ ਸਰਕਾਰ ਵੱਲੋਂ ਹੁਣ ਕਿਵੇਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ। ਦੱਸ ਦਈਏ ਕਿ 11 ਜੁਲਾਈ ਤੋਂ 21 ਜੁਲਾਈ ਵਿਚਕਾਰ ਜਾਣਕਾਰੀ ਦਿੱਤੀ ਗਈ ਕਿ 81% ਯਾਤਰੀਆਂ ਦੀ ਸਕਰੀਨਿੰਗ 15 ਮਿੰਟਾਂ ਦੇ ਵਿੱਚ ਹੀ ਕਰ ਲਈ ਗਈ। ਟੋਰਾਂਟੋ ਪੀਅਰਸਨ 에ਅਰਪੋਰਟ ਤੋਂ ਜਾਣਕਾਰੀ ਸਾਹਮਣੇ ਆਈ, ਜਿੱਥੇ 18 ਜੁਲਾਈ ਤੋਂ 21 ਜੁਲਾਈ ਦੇ ਵਿਚਕਾਰ ਜਾਣਕਾਰੀ ਦਿੱਤੀ ਗਈ ਕਿ 82% ਯਾਤਰੀਆਂ ਦੀ ਸਕਰੀਨਿੰਗ ਮਹਿਜ਼ 15 ਮਿੰਟ ਦੇ ਵਿੱਚ ਹੀ ਹੋ ਗਈ। ਕੈਲਗਰੀ ਤੋਂ ਪਤਾ ਚੱਲਿਆ ਹੈ ਕਿ 78% ਯਾਤਰੀਆਂ ਦੀ ਸਕਰੀਨਿੰਗ ਸਮੇਂ ਦੇ ਉੱਪਰ ਹੋ ਗਈ। ਮੌਂਟਰੀਅਲ ਤੋਂ ਇਹ ਅੰਕੜਾ 68% ਦਾ ਸਾਹਮਣੇ ਆਇਆ। ਦੱਸ ਦਈਏ ਕਿ ਕੈਨੇਡਾ ਦੇ ਤਮਾਮ 에ਅਰਪੋਰਟ ਦੇ ਉੱਪਰ ਹੁਣ ਘੱਟ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਪੈਂਡੇਮਿਕ ਤੋਂ ਬਾਅਦ ਹੁਣ 에ਅਰਪੋਰਟ ਦੇ ਉੱਪਰ ਕਾਫੀ ਜ਼ਿਆਦਾ ਯਾਤਰੀਆਂ ਦੀ ਗਿਣਤੀ ਨਜ਼ਰ ਆ ਰਹੀ ਹੈ, ਕਿਉਂਕਿ ਬਹੁਤ ਸਾਰੇ ਲੋਕ ਯਾਤਰਾ ਕਰਨਾ ਚਾਹੁੰਦੇ ਹਨ। 11 ਜੁਲਾਈ ਤੋਂ 17 ਜੁਲਾਈ ਦੌਰਾਨ 99,000 ਯਾਤਰੀ ਕੈਨੇਡਾ ਦੇ 에ਅਰਪੋਰਟ ਉੱਪਰ ਆਏ। 2019 ਦੀ ਤੁਲਨਾ ਵਿੱਚ ਇਹ ਅੰਕੜਾ ਵੱਧ ਦਰਜ ਕੀਤਾ ਗਿਆ। ਡਿਪਾਰਚਰ ਵਾਸਤੇ ਗਿਣਤੀ 83% ਦੀ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ 에ਅਰ ਇੰਡਸਟਰੀ ਪਾਰਟਨਰਸ ਨਾਲ ਕੋਲੈਬੋਰੇਟ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰੀਆਂ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਹਨਾਂ ਵੱਲੋਂ 21 ਜੁਲਾਈ ਦੌਰਾਨ ਐਡਮਿੰਟਨ ਇੰਟਰਨੈਸ਼ਨਲ 에ਅਰਪੋਰਟ ਦੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਗਈ, ਜਿੱਥੇ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਜਿਹੜੀ ਰੈਂਡਮ ਟੈਸਟਿੰਗ ਦੇ ਉੱਪਰ ਕੁਝ ਸਮੇਂ ਲਈ ਰੋਕ ਲਗਾਈ ਗਈ ਸੀ, ਉਸ ਨੂੰ ਵਾਪਸ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ। ਤੂਫਾਨ ਦੇ ਕਾਰਨ ਕਈ ਥਾਵਾਂ ਤੇ ਨੁਕਸਾਨ ਪਹੁੰਚਿਆ। ਓਨਟਾਰੀਓ ਦੇ ਕੁਝ ਹਿੱਸਿਆਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਇਨਵਾਇਰਨਮੈਂਟ ਕੈਨੇਡਾ ਦੇ ਦੱਸਣ ਮੁਤਾਬਕ ਤੂਫਾਨ ਵੱਲੋਂ ਦਸਤਕ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਓਨਟਾਰੀਓ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਨੇ ਦਸਤਕ ਦਿੱਤੀ। ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਇੱਕ ਟੋਰਨੇਡੋ ਮਰਮੋਰਾ ਅਤੇ ਮੈਡੌਕ ਏਰੀਆਜ਼ ਦੇ ਵਿੱਚ ਹਿੱਟ ਕਰਦਾ ਹੋਇਆ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹਵਾਵਾਂ 175 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਸਕਦੀਆਂ ਨੇ, ਜਿਸ ਬਾਰੇ ਇਨਵੈਸਟੀਗੇਟਰਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਚੀਜ਼ਾਂ ਨੂੰ ਇਸ ਤੂਫਾਨ ਕਾਰਨ ਨੁਕਸਾਨ ਪਹੁੰਚਿਆ ਹੈ, ਪਰ ਅਜੇ ਤੱਕ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਕਿ ਟੋਰਨੇਡੋ ਕਾਰਨ ਕਿੰਨਾ ਨੁਕਸਾਨ ਹੋਇਆ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਅਜੇ ਇਸ ਬਾਰੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਓਨਟਾਰੀਓ ਦੇ ਬ੍ਰੌਕਵਿਲੇ ਵਿੱਚ 85 ਮਿਲੀਮੀਟਰ ਤੱਕ ਬਰਸਾਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਗਈ ਹੈ, ਜੋ ਕਿ ਸਟਾਰਮ ਦੇ ਕਾਰਨ ਇੱਥੇ ਹੋਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਮੌਸਮ ਸੰਬੰਧੀ ਜੋ ਚੇਤਾਵਨੀ ਦਿੱਤੀ ਗਈ ਸੀ, ਉਸ ਤੋਂ ਬਾਅਦ ਦੇਖਣ ਦੇ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਗ੍ਰਾਹਕ ਇਸ ਸਮੇਂ ਬਿਨਾਂ ਬਿਜਲੀ ਦੇ ਰਹਿਣ ਵਾਸਤੇ ਮਜਬੂਰ ਨੇ। ਹਾਈਡਰੋ ਵਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ 1000 ਦੇ ਕਰੀਬ ਗ੍ਰਾਹਕ ਅਜੇ ਬਿਨਾਂ ਬਿਜਲੀ ਦੇ ਹਨ। ਇਸ ਤੋਂ ਇਲਾਵਾ ਰਾਹਤ ਦੀ ਖਬਰ ਇਹ ਰਹੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਈ ਮਹੀਨੇ ਦੀ ਸੇਲ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਕਈ ਥਾਵਾਂ ਤੇ ਸੇਲ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜੇ ਪੇਸ਼ ਕੀਤੇ ਗਏ, ਜਿਸ ਮੁਤਾਬਕ ਸੇਲ ਦੇ ਵਿੱਚ 3% ਦਾ ਵਾਧਾ ਦਰਜ ਕੀਤਾ ਗਿਆ। ਮਈ ਮਹੀਨੇ ਕੈਨੇਡਾ ਵਿੱਚ ਸੇਲ ਕਿਸ ਤਰ੍ਹਾਂ ਰਹੀ, ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਕਈ ਥਾਵਾਂ ਤੇ ਸੇਲ ਵਿੱਚ ਵਾਧਾ ਹੋਇਆ ਹੈ। ਇਹ ਅੰਕੜਾ ਮਈ ਮਹੀਨੇ ਬਾਰੇ ਸਾਂਝਾ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਦੱਸਣ ਮੁਤਾਬਕ ਰੈਸਟੋਰੈਂਟ ਬਾਰ ਸੇਲ ਵਿੱਚ 3% ਦਾ
ਵਾਧਾ ਦਰਜ ਕੀਤਾ ਗਿਆ, ਭਾਵ ਕਿ 7.4 ਬਿਲੀਅਨ ਡਾਲਰ ਦੀ ਸੇਲ ਹੋਈ ਹੈ। ਕਰੋਨਾ ਪੈਂਡੈਮਿਕ ਤੋਂ ਬਾਅਦ ਹੁਣ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹਨਾਂ ਨੂੰ ਇੱਕ ਚੰਗੀ ਨਜ਼ਰ ਦੇ ਨਾਲ ਵੇਖਿਆ ਜਾ ਰਿਹਾ ਹੈ, ਕਿਉਂਕਿ ਸੇਲ ਵਿੱਚ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਦੇ ਦੱਸਣ ਮੁਤਾਬਕ ਫੂਡ ਸਰਵਿਸ ਅਤੇ ਡਰਿੰਕਿੰਗ ਵਾਲੀਆਂ ਥਾਵਾਂ ਦੇ ਉੱਪਰ ਸੇਲ 7.4 ਬਿਲੀਅਨ ਡਾਲਰ ਦਰਜ ਕੀਤੀ ਗਈ ਹੈ। ਏਜੰਸੀ ਦੇ ਦੱਸਣ ਮੁਤਾਬਕ ਪੀਣ ਵਾਲੀਆਂ ਥਾਵਾਂ ਤੇ ਸੇਲ ਵਿੱਚ 6.1% ਦਾ ਵਾਧਾ ਦਰਜ ਕੀਤਾ ਗਿਆ। ਰੈਸਟੋਰੈਂਟ ਅੰਦਰ ਇਹ ਅੰਕੜਾ 3.1% ਦਾ ਸਾਂਝਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੂਡ ਕੇਟਰਰਸ, ਫੂਡ ਟਰੱਕ ਕੰਪਨੀਜ਼ ਬਾਰੇ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਕਿ ਇੱਥੇ ਸੇਲ 8.1% ਨਾਲ ਵੱਧ ਹੋਈ ਹੈ। ਦੱਸ ਦਈਏ ਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਹਰ ਮਹੀਨੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਮਈ ਵਿੱਚ ਸੇਲ ਵੱਧ ਦਰਜ ਕੀਤੀ ਗਈ ਹੈ। ਸਭ ਤੋਂ ਜ਼ਿਆਦਾ ਸੇਲ ਅੰਦਰ ਵਾਧਾ ਓਨਟਾਰੀਓ ਸੂਬੇ ਵਿੱਚ ਦਰਜ ਕੀਤਾ ਗਿਆ, ਜਿੱਥੇ ਫੂਡ ਸਰਵਿਸ ਅਤੇ ਪੀਣ ਵਾਲੀਆਂ ਥਾਵਾਂ ਉੱਤੇ ਸੇਲ 3.8% ਵੱਧ ਦਰਜ ਕੀਤੀ ਗਈ ਹੈ। ਦੱਸ ਦਈਏ ਕਿ ਕਿਊਬੈਕ ਸੂਬਾ ਹੀ ਅਜਿਹਾ ਸੀ ਜਿੱਥੇ ਮਈ ਮਹੀਨੇ ਦੇ ਮੱਧ ਤੱਕ ਮਾਸਕ ਪਾਉਣਾ ਲਾਜ਼ਮੀ ਰਿਹਾ ਤੇ ਇੱਥੇ ਸੇਲ 3.5% ਵੱਧ ਦਰਜ ਕੀਤੀ ਗਈ, ਜਿਸ ਦਾ ਨੰਬਰ ਓਨਟਾਰੀਓ ਤੋਂ ਬਾਅਦ ਆਉਂਦਾ ਹੈ। ਮਈ ਮਹੀਨੇ ਰੈਸਟੋਰੈਂਟ ਤੋਂ ਖਰੀਦਣ ਵਾਲੀਆਂ ਖਾਣ ਦੀਆਂ ਚੀਜ਼ਾਂ 6.8% ਨਾਲ ਵੱਧ ਦਰਜ ਕੀਤੀਆਂ ਗਈਆਂ ਨੇ। ਵਿਅਕਤੀ ਵੱਲੋਂ ਗੱਡੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਕੋਸ਼ਿਸ਼ ਨਾਕਾਮਯਾਬ ਰਹੀ। ਟੋਰਾਂਟੋ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਵੱਲੋਂ ਇੱਕ ਵਿਅਕਤੀ ਉੱਪਰ ਕਾਰਵਾਈ ਕੀਤੀ ਗਈ, ਜਿਸ ਵੱਲੋਂ ਕਾਰ ਜੈਕਿੰਗ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਪਰ ਉਹ ਕਾਰ ਜੈਕਿੰਗ ਕਰਨ ਦੇ ਵਿੱਚ ਅਸਫਲ ਰਿਹਾ। ਗੱਡੀ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡਾਊਨਟਾਊਨ ਟੋਰਾਂਟੋ ਵਿੱਚ ਇਸ ਵੱਲੋਂ 2 ਵਾਰ ਕਾਰ ਜੈਕਿੰਗ ਦੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਹੁਣ ਇਸ ਕਾਰ ਜੈਕਿੰਗ ਦੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ 30 ਸਾਲ ਦੇ ਇੱਕ ਵਿਅਕਤੀ ਉੱਪਰ ਕਾਰਵਾਈ ਕੀਤੀ ਗਈ ਹੈ, ਜਿਸ ਨੇ ਡਾਊਨਟਾਊਨ ਟੋਰਾਂਟੋ ਵਿੱਚ 2 ਵਾਰ ਕਾਰ ਜੈਕਿੰਗ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਇਹ ਮਾਮਲਾ 22 ਜੁਲਾਈ ਦੌਰਾਨ ਯਾਰਕਵਿਲਾ ਏਰੀਆ ਦੇ ਨੇੜੇ ਸਾਹਮਣੇ ਆਇਆ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ 76 ਸਾਲ ਦੀ ਇੱਕ ਔਰਤ ਆਪਣੇ ਪਾਰਕ ਕੀਤੇ ਵਾਹਨ ਵਿੱਚ ਬੈਠੀ ਹੋਈ ਸੀ, ਜਿਸ ਦੌਰਾਨ ਇੱਕ ਵਿਅਕਤੀ ਹੱਥ ਵਿੱਚ ਚਾਕੂ ਫੜ ਕੇ ਉਸ ਵੱਲ ਵਧਦਾ ਹੋਇਆ ਦਿਖਾਈ ਦਿੱਤਾ। ਇਸ ਵਿਅਕਤੀ ਨੇ ਇਸ ਔਰਤ ਨੂੰ ਕਿਹਾ ਕਿ ਉਹ ਕਾਰ ਦੀਆਂ ਚਾਬੀਆਂ ਉਸ ਦੇ ਹਵਾਲੇ ਕਰ ਦੇਵੇ, ਪਰ ਉਹ ਚਾਬੀਆਂ ਹਾਸਲ ਕਰਨ ਵਿੱਚ ਨਾਕਾਮਯਾਬ ਰਿਹਾ। ਇਸ ਤੋਂ ਬਾਅਦ ਇਨਵੈਸਟੀਗੇਟਰਸ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਇਸੇ ਹੀ ਸਸਪੈਕਟ ਵੱਲੋਂ ਦੂਸਰਾ ਵਾਹਨ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਸਸਪੈਕਟ ਵੱਲੋਂ ਕਾਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਇੱਕ 34 ਸਾਲ ਦੇ ਓਨਰ ਦੀ ਸੀ। ਇਸ ਵੱਲੋਂ ਚਾਕੂ ਦੀ ਨੋਕ ਤੇ ਹੀ ਇਹ ਵਾਹਨ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਕਿ ਨਾਕਾਮਯਾਬ ਰਹੀ ਤੇ ਫਿਰ ਸਸਪੈਕਟ ਝਗੜਾ ਕਰਨ ਤੋਂ ਬਾਅਦ ਇੱਥੋਂ ਫਰਾਰ ਹੋ ਗਿਆ। ਜਿਸ ਵਿਅਕਤੀ ਤੇ ਕਾਰਵਾਈ ਕੀਤੀ ਗਈ ਹੈ ਉਸ ਦਾ ਨਾਮ ਰੌਬਰਟ ਦੱਸਿਆ ਗਿਆ ਤੇ ਉਮਰ 30 ਸਾਲ ਦੇ ਕਰੀਬ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਉੱਪਰ ਚਾਰजेस ਲਗਾਏ ਨੇ। ਇਸ ਉੱਪਰ 2 ਕਾਊਂਟ ਆਫ ਰੌਬਰੀ ਵਿਦ ਦ ਆਫੈਂਸਿਵ ਵੈਪਨ, 1 ਕਾਊਂਟ ਈਚ ਆਫ ਵੈਪਨ ਡੇਂਜਰਸ, ਕੈਰੀ ਕੰਸੀਲਡ ਵੈਪਨ ਵਰਗੇ ਚਾਰजेस ਲਗਾਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਬਾਰੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇੱਕ ਉਮੀਦਵਾਰ ਨੂੰ ਸਪੋਰਟ ਕੀਤੀ ਗਈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹ ਕਿਹਨਾਂ ਨੂੰ ਤੇ ਕਿਉਂ ਸਪੋਰਟ ਕਰ ਰਹੇ ਨੇ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਪਾਰਟੀ ਲੀਡਰਸ਼ਿਪ ਵਾਸਤੇ ਪੀਅਰ ਪੋਲੀਏਵ ਦਾ ਸਮਰਥਨ ਕੀਤਾ ਗਿਆ। ਜੀ ਹਾਂ, ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਕਹਿਣਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਣ ਲਈ ਪੀਅਰ ਸਭ ਤੋਂ ਬਿਹਤਰ ਲੀਡਰਸ਼ਿਪ ਦੇ ਉਮੀਦਵਾਰ ਹਨ। ਸੋਮਵਾਰ ਨੂੰ ਟਵਿੱਟਰ ਅਤੇ ਫੇਸਬੁੱਕ ਦੇ ਉੱਪਰ ਉਹਨਾਂ ਨੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਉਹਨਾਂ ਕਿਹਾ ਕਿ ਪੋਲੀਏਵ ਵਿੱਚ ਨਵੇਂ ਮੈਂਬਰਾਂ ਦਾ ਸਮਰਥਨ ਪ੍ਰਾਪਤ ਕਰਨ ਦੀ ਯੋਗਤਾ ਹੈ, ਜੋ ਕਿ ਸਫਲਤਾ ਵਾਸਤੇ ਇੱਕ ਜ਼ਰੂਰੀ ਹਿੱਸਾ ਹੈ। ਪੋਲੀਏਵ ਦੀ ਚੋਣ ਪ੍ਰਚਾਰ ਮੁਹਿੰਮ ਦਾ ਦਾਅਵਾ ਹੈ ਕਿ ਲੀਡਰਸ਼ਿਪ ਦੌੜ ਵਿੱਚ ਵੋਟਾਂ ਲਈ 3 ਲੱਖ ਤੋਂ ਵੱਧ ਮੈਂਬਰਸ ਨੂੰ ਸਾਈਨ ਅਪ ਕਰ ਚੁੱਕੇ ਹਨ। ਹਾਰਪਰ ਨੇ ਕਿਹਾ ਕਿ ਪੋਲੀਏਵ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬੁਲਾਰੇ ਹਨ, ਜੋ ਕਿ ਅਹਿਮ ਮੁੱਦਿਆਂ ਉੱਪਰ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਹਾਰਪਰ ਨੇ ਕਿਹਾ ਕਿ ਪੋਲੀਏਵ ਦੇਸ਼ ਵਿੱਚ ਮਹਿੰਗਾਈ, ਕਰਜ਼ੇ ਅਤੇ ਹਾਊਸਿੰਗ ਵਰਗੇ ਕਈ ਮੁੱਦਿਆਂ ਨੂੰ ਲਗਾਤਾਰ ਚੁੱਕਦੇ ਰਹੇ ਨੇ ਤੇ ਉਹ ਇਸ ਦਾ ਹੱਲ ਕਰਨ ਵਾਸਤੇ ਵੀ ਤਿਆਰ ਹਨ। ਉਹ ਕਹਿੰਦੇ ਨੇ ਕਿ ਪੋਲੀਏਵ ਨੇ ਇਸ ਗੱਲ ਨੂੰ ਪਹਿਚਾਣਿਆ ਹੈ ਕਿ ਕੈਨੇਡਾ ਦੇ ਅਦਾਰਿਆਂ ਨੂੰ ਇਸ ਸਮੇਂ ਮੁੜ ਤੋਂ ਪ੍ਰੋਸੈਸਿੰਗ ਵਿੱਚ ਲਿਆਉਣ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਪੀਅਰ ਪੋਲੀਏਵ ਹਾਰਪਰ ਸਰਕਾਰ ਵਿੱਚ 2013 ਤੋਂ 2015 ਦਰਮਿਆਨ 2 ਕੈਬਨਿਟ ਅਹੁਦੇ ਸੰਭਾਲ ਚੁੱਕੇ ਹਨ। ਉਹ ਪਹਿਲਾਂ ਮਿਨਿਸਟਰ ਆਫ ਸਟੇਟ ਫਾਰ ਡੈਮੋਕ੍ਰੈਟਿਕ ਰਿਫਾਰਮ ਬਣੇ ਸਨ ਤੇ ਇਸ ਤੋਂ ਬਾਅਦ 2015 ਵਿੱਚ ਫੈਡਰਲ ਚੋਣਾਂ ਅੰਦਰ ਕੰਜ਼ਰਵੇਟਿਵ ਦੀ ਹਾਰ ਤੱਕ ਉਹ ਮਿਨਿਸਟਰ ਆਫ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਸਨ। ਅਜਿਹਾ ਪਹਿਲੀ ਵਾਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਨੇ ਲੀਡਰਸ਼ਿਪ ਦੌੜ ਵਿੱਚ ਕਿਸੇ ਉਮੀਦਵਾਰ ਦਾ ਸਮਰਥਨ ਕੀਤਾ ਹੋਵੇ। 2017 ਜਾਂ ਫਿਰ 2020 ਵਿੱਚ ਲੀਡਰਸ਼ਿਪ ਦੌੜ ਦੌਰਾਨ ਹਾਰਪਰ ਨੇ ਅਜਿਹਾ ਨਹੀਂ ਕੀਤਾ। Our party, once again, has a leadership race underway. In this particular race, there's been a lot of speculation about whom I support or do not support and why. So it may be useful for my fellow party members to hear my views straight from me. It's a strong field, but one candidate has garnered disproportionate attention. Pierre Poilievre was a strong minister in my government. In the past several years, he's been our party's most vocal and effective critic of the Trudeau Liberals. He's been talking about the issues, especially the economic issues, that matter: slow growth, debt, inflation, lack of job and housing opportunities, and the need to fix the institutions that are failing Canadian families. He's proposing answers rooted in sound conservative ideas, but ones adapted for today's realities. That's why he has the strong support of our caucus and our existing membership, and why he is bringing the most new members and a new generation into our party. That's how we win the next federal election. And in my opinion, Pierre has made by far the strongest case. Shopify ਵੱਲੋਂ ਆਪਣੇ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾਏਗਾ। ਦਰਅਸਲ ਆਨਲਾਈਨ ਬਿਜ਼ਨਸ ਦੇ ਵਿੱਚ ਜੋ ਹੁਣ ਉਹਨਾਂ ਨੂੰ ਘਾਟਾ ਸਹਿਣਾ ਪੈ ਰਿਹਾ, ਉਸ ਤੋਂ ਬਾਅਦ 10% ਦੀ ਕਰਮਚਾਰੀਆਂ ਦੀ ਛਾਂਟੀ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਪੈਂਡੈਮਿਕ ਦੌਰਾਨ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਕੰਮ ਤੇ ਰੱਖਿਆ ਗਿਆ, ਪਰ ਹੁਣ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਵੱਲੋਂ ਕਈ ਕਰਮਚਾਰੀਆਂ ਨੂੰ ਕੰਮ ਤੋਂ ਕੱਢਿਆ ਜਾਵੇਗਾ। ਹੁਣ ਇੱਕ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਏਗੀ। ਇਹ ਜਾਣਕਾਰੀ ਈ-ਕਾਮਰਸ ਕੰਪਨੀ Shopify ਨਾਲ ਜੁੜੀ ਹੋਈ ਹੈ, ਜਿਸ ਵਿੱਚ ਪਤਾ ਚੱਲਿਆ ਹੈ ਕਿ ਉਹਨਾਂ ਵੱਲੋਂ 10% ਦੀ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾਏਗੀ। ਕੰਪਨੀ ਵੱਲੋਂ ਅਜਿਹਾ ਕਰਨ ਦਾ ਐਲਾਨ ਕੀਤਾ ਗਿਆ। ਕੰਪਨੀ ਉੱਪਰ ਪੈਂਡੈਮਿਕ ਦਾ ਜਿਹੜਾ ਅਸਰ ਪਿਆ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਹੁਣ ਇਹ ਫੈਸਲਾ ਲਿਆ ਜਾ ਰਿਹਾ ਹੈ। ਜੀ ਹਾਂ, ਆਟੋ ਆਧਾਰਿਤ ਈ-ਕਾਮਰਸ ਕੰਪਨੀ Shopify ਇਨਕਾਰਪੋਰੇਸ਼ਨ ਆਪਣੇ ਕਰੀਬ 1000 ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ। ਪੈਂਡੈਮਿਕ ਦੌਰਾਨ ਆਨਲਾਈਨ ਕਾਰੋਬਾਰ ਵਿੱਚ ਹੋਏ ਵਾਧੇ ਤੋਂ ਬਾਅਦ ਹੁਣ ਗਿਰਾਵਟ ਆਉਣ ਤੋਂ ਬਾਅਦ ਇਹ ਕੰਪਨੀ ਨੇ ਫੈਸਲਾ ਲਿਆ ਹੈ। ਕੰਪਨੀ ਦੇ CEO ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰੈਗੂਲੇਟਰੀ ਫਾਈਲਿੰਗ ਮੁਤਾਬਕ ਸਾਲ 2021 ਦੇ ਆਖਿਰ ਤੱਕ ਕੰਪਨੀ ਕੋਲ 10,000 ਮੁਲਾਜ਼ਮ ਕੰਮ ਕਰਦੇ ਸਨ, ਜੋ ਕਿ ਪੈਂਡੈਮਿਕ ਤੋਂ ਪਹਿਲਾਂ ਦੇ ਸਮੇਂ ਦੇ ਮੁਕਾਬਲੇ ਦੁੱਗਣੀ ਗਿਣਤੀ ਹੈ। ਛਾਂਟੀ ਦਾ ਮਤਲਬ ਹੈ ਕਿ ਹੁਣ ਕੰਪਨੀ ਵੱਲੋਂ 10% ਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਇਸ ਛਾਂਟੀ ਤੋਂ ਪ੍ਰਭਾਵਿਤ ਹੋਣ ਵਾਲੇ ਸਟਾਫ ਨੂੰ ਸੂਚਨਾ ਦਿੱਤੀ ਜਾ ਰਹੀ ਹੈ। ਜ਼ਿਆਦਾਤਰ ਉਹਨਾਂ ਨੂੰ ਕੰਮ ਤੋਂ ਬਾਹਰ ਕੀਤਾ ਜਾ ਰਿਹਾ ਹੈ, ਜਿਹੜੇ ਕਿ ਸੇਲਜ਼ ਅਤੇ ਸਪੋਰਟ ਵਿਭਾਗ ਨਾਲ ਜੁੜੇ ਹੋਏ ਹਨ। ਇਸ ਫੈਸਲੇ ਨਾਲ ਜਿਹੜੇ ਕਰਮਚਾਰੀ ਪ੍ਰਭਾਵਿਤ ਹੋਣਗੇ, ਉਹਨਾਂ ਨੂੰ ਤਨਖਾਹ ਦਿੱਤੀ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ 16 ਹਫ਼ਤਿਆਂ ਦੀ ਤਨਖਾਹ ਦਿੱਤੀ ਜਾਏਗੀ। ਪੈਂਡੈਮਿਕ ਦੌਰਾਨ ਲੱਗੀ ਲਾਕਡਾਊਨ ਵਿੱਚ ਬਹੁਤ ਸਾਰੀਆਂ ਡਿਜੀਟਲ ਅਤੇ ਆਨਲਾਈਨ ਕੰਪਨੀਆਂ ਦੀ ਕਾਫੀ ਜ਼ਿਆਦਾ ਮੰਗ ਵੱਧ ਗਈ ਸੀ। ਉਹਨਾਂ ਨੂੰ ਪ੍ਰੋਫਿਟ ਹੋਇਆ, ਕਿਉਂਕਿ ਖਰੀਦਣ ਅਤੇ ਵੇਚਣ ਦਾ ਸਿਲਸਿਲਾ ਆਨਲਾਈਨ ਮਾਧਿਅਮ ਤੱਕ ਸੀਮਤ ਰਹਿ ਗਿਆ ਸੀ। Shopify ਵੀ ਅਜਿਹੀਆਂ ਕੰਪਨੀਆਂ ਵਿੱਚੋਂ ਇੱਕ ਸੀ ਜਿਸ ਨੇ ਪੈਂਡੈਮਿਕ ਦੌਰਾਨ ਆਪਣੇ ਕਾਰੋਬਾਰ ਵਿੱਚ ਜ਼ਬਰਦਸਤ ਵਾਧਾ ਦਰਜ ਕੀਤਾ। ਇਸ ਵੱਧਦੀ ਮੰਗ ਦੇ ਮੱਦੇਨਜ਼ਰ ਕੰਪਨੀ ਨੇ ਵੱਡੇ ਪੱਧਰ ਤੇ ਨਵਾਂ ਸਟਾਫ ਭਰਤੀ ਕੀਤਾ ਤਾਂ ਕਿ ਰਿਟੇਲਰਸ ਨੂੰ ਵਿਕਰੀ ਵਿੱਚ ਮਦਦ ਕਰਨ ਦੀ ਆਪਣੀ ਮੁੱਖ ਸੇਵਾ ਦਾ ਉਹਨਾਂ ਵੱਲੋਂ ਵਿਸਤਾਰ ਕੀਤਾ ਜਾ ਸਕੇ। ਕੰਪਨੀ ਦੇ ਕਾਰੋਬਾਰ ਵਿੱਚ ਜਿਹੜਾ ਪ੍ਰੋਫਿਟ ਆਇਆ ਸੀ, ਉਹ 2020 ਦੇ ਵਿੱਚ ਇੱਕ ਸਮੇਂ ਤੇ ਕਾਫੀ ਜ਼ਿਆਦਾ ਸੀ, ਪਰ ਹੁਣ ਇੱਕ ਵਾਰ ਫਿਰ ਤੋਂ ਕੰਪਨੀ ਨੂੰ ਘਾਟਾ ਸਹਿਣਾ ਪੈ ਰਿਹਾ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਕਿ ਕਈ ਕਰਮਚਾਰੀਆਂ ਨੂੰ ਕੰਮ ਤੋਂ ਕੱਢਿਆ ਜਾਵੇਗਾ। ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜ਼ਖਮੀ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਵੱਲੋਂ ਇਸ ਬਾਰੇ ਬਹੁਤੀ ਡਿਟੇਲ ਅਜੇ ਚੰਦਕ ਨਹੀਂ ਕੀਤੀ ਗਈ ਤੇ ਨਾ ਹੀ ਪੀੜਤ ਦੀ ਪਹਿਚਾਣ ਅਜੇ ਦੱਸੀ ਗਈ ਹੈ। ਟੋਰਾਂਟੋ ਦੇ ਵੈਸਟ ਐਂਡ ਵਿੱਚ ਗੋਲੀਆਂ ਚੱਲੀਆਂ, ਜਿਸ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਟੋਰਾਂਟੋ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਗੋਲੀ ਵੱਜਣ ਦਾ ਮਾਮਲਾ 2:40 ਦੇ ਕਰੀਬ ਪੈਲਹਮ ਐਵੀਨਿਊ ਦੇ ਨੇੜਿਓਂ ਸਾਹਮਣੇ ਆਇਆ। ਗੋਲੀ ਲੱਗਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ, ਜਿਹੜਾ ਖੁਦ ਨੂੰ ਹਸਪਤਾਲ ਵਿੱਚ ਲੈ ਕੇ ਪਹੁੰਚ ਗਿਆ। ਭਾਵ ਕਿ ਇਹ ਵਿਅਕਤੀ ਖੁਦ ਹੀ ਹਸਪਤਾਲ ਵਿੱਚ ਪਹੁੰਚਿਆ।
ਜਦੋਂ ਪੁਲਿਸ ਆਫੀਸਰਸ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਟਨਾ ਵਾਲੀ ਥਾਂ ਤੇ ਗੋਲੀਆਂ ਦੇ ਕੁਝ ਖੋਲ ਪਏ ਹੋਏ ਸਨ। ਉਹਨਾਂ ਨੂੰ ਪੀੜਤ ਮੌਕੇ ਵਾਲੀ ਥਾਂ ਤੋਂ ਨਹੀਂ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੂੰ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋਇਆ ਉਸ ਦੀ ਉਮਰ 30 ਸਾਲ ਦੇ ਕਰੀਬ ਹੈ, ਜਿਸ ਦਾ ਮੌਜੂਦਾ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਵਿਅਕਤੀ ਦੀਆਂ ਸੱਟਾਂ ਕਾਫੀ ਗੰਭੀਰ ਦੱਸੀਆਂ ਜਾ ਰਹੀਆਂ ਹਨ, ਜਿਸ ਬਾਰੇ ਪੁਲਿਸ ਨੇ ਡੀਟੇਲ ਦਿੱਤੀ। ਫਿਲਹਾਲ ਸਸਪੈਕਟ ਦੇ ਬਾਰੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਸਸਪੈਕਟ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਜੇ ਤੱਕ ਪੀੜਤ ਦਾ ਨਾਮ ਵੀ ਜਨਤਕ ਨਹੀਂ ਕੀਤਾ ਗਿਆ। ਉਹ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਵੇਗੀ। ਦੋ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ, ਜਿਸ ਦੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਇਹ ਹਾਦਸਾ ਕਿਵੇਂ ਵਾਪਰਿਆ ਇਹ ਅਜੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹਾਦਸੇ ਦੇ ਕਾਰਨ ਅਜੇ ਪੁਲਿਸ ਨੂੰ ਨਹੀਂ ਪਤਾ ਲੱਗ ਸਕੇ। ਟੋਰਾਂਟੋ ਤੋਂ ਇੱਕ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ 2 ਜਾਣੇ ਜ਼ਖਮੀ ਹੋਏ। ਦੱਸਿਆ ਜਾ ਰਿਹਾ ਹੈ ਕਿ ਸਟਰੀਟ ਕਾਰ ਅਤੇ ਗਾਰਬੇਜ ਟਰੱਕ ਵਿੱਚ ਟੱਕਰ ਹੋ ਗਈ, ਜਿਸ ਤੋਂ ਬਾਅਦ 2 ਜਾਣੇ ਜ਼ਖਮੀ ਹੋਏ ਨੇ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਮਾਮਲਾ 7:15 ਦੇ ਕਰੀਬ ਸਾਹਮਣੇ ਆਇਆ। ਪੁਲਿਸ ਦੇ ਦੱਸਣ ਮੁਤਾਬਕ ਸਟਰੀਟ ਕਾਰ ਦੀ ਟੱਕਰ ਡੰਪ ਟਰੱਕ ਨਾਲ ਹੋ ਗਈ, ਜਿਸ ਤੋਂ ਬਾਅਦ ਟਰੱਕ ਪਲਟੀ ਖਾ ਗਿਆ। ਪਲਟੀ ਖਾਣ ਤੋਂ ਬਾਅਦ ਇਹ ਟਰੱਕ ਇੱਕ ਪਾਸੇ ਜਾ ਕੇ ਡਿੱਗ ਗਿਆ। ਟੋਰਾਂਟੋ ਪੈਰਾਮੈਡਿਕਸ ਦੇ ਦੱਸਣ ਮੁਤਾਬਕ ਉਹਨਾਂ ਨੂੰ ਮੌਕੇ ਵਾਲੀ ਥਾਂ ਤੋਂ 3 ਅਡਲਟਸ ਮਿਲੇ। 2 ਜਾਣਿਆਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਫਿਲਹਾਲ ਇਸ ਹਾਦਸੇ ਦੇ ਕਾਰਨ ਅਜੇ ਪਤਾ ਨਹੀਂ ਲੱਗ ਸਕੇ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਏਗੀ। ਹੁਣ ਤੱਕ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਰੂਸ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ, ਜੋ ਕਿ ਅੰਤਰਰਾਸ਼ਟਰੀ ਸਪੇਸ ਛੱਡਣ ਜਾ ਰਹੇ ਨੇ। ਜੀ ਹਾਂ, 2024 ਤੱਕ ਰੂਸ ਵੱਲੋਂ ਅਜਿਹਾ ਕਦਮ ਚੁੱਕਿਆ ਜਾਵੇਗਾ, ਜਿੱਥੇ ਉਹਨਾਂ ਵੱਲੋਂ ਖੁਦ ਨੂੰ ਸਪੇਸ ਤੋਂ ਵੱਖ ਕਰਨ ਦੇ ਬਾਰੇ ਦੱਸਿਆ ਜਾ ਰਿਹਾ ਹੈ। ਰਸ਼ੀਆ ਵੱਲੋਂ ਫੈਸਲਾ ਲੈਂਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਹੁਣ ਸਪੇਸ ਸਟੇਸ਼ਨ ਛੱਡਿਆ ਜਾਵੇਗਾ। ਹੁਣ ਰੂਸ ਵੱਲੋਂ 2024 ਤੋਂ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਛੱਡ ਦਿੱਤਾ ਜਾਵੇਗਾ। ਜੀ ਹਾਂ, ਰੂਸੀ ਸਪੇਸ ਏਜੰਸੀ ਦੇ ਨਵੇਂ ਮੁਖੀ ਵੱਲੋਂ ਐਲਾਨ ਕੀਤਾ ਗਿਆ ਕਿ ਸਾਲ 2024 ਤੋਂ ਬਾਅਦ ਰੂਸ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਖੁਦ ਨੂੰ ਵੱਖ ਕਰ ਲਵੇਗਾ ਤੇ ਉਹ ਆਪਣਾ ਖੁਦ ਦਾ ਵੱਖਰਾ ਸਪੇਸ ਸਟੇਸ਼ਨ ਬਣਾਉਣ ਤੇ ਧਿਆਨ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਰੂਸ ਦੀ ਸਰਕਾਰ ਸਪੇਸ ਕਾਰਪੋਰੇਸ਼ਨ ਰੋਸਕਾਸਮੋਸ ਦਾ ਮੁਖੀ ਨਿਯੁਕਤ ਕੀਤਾ ਗਿਆ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਬੈਠਕ ਦੌਰਾਨ ਯੂਰੀ ਨੇ ਕਿਹਾ ਕਿ ਰੂਸ ਵਿੱਚ ਇਸ ਪ੍ਰੋਜੈਕਟ ਨੂੰ ਛੱਡਣ ਤੋਂ ਪਹਿਲਾਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਹੋਰ ਭਾਈਵਾਲਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਦੱਸ ਦਈਏ ਕਿ ਸਪੇਸ ਸਟੇਸ਼ਨ ਦੇ ਨਾਸਾ ਦੇ ਨਿਰਦੇਸ਼ਕ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਰੂਸੀ ਅਧਿਕਾਰੀਆਂ ਨੇ ਅਜੇ ਤੱਕ ਇਹ ਕਿਸੇ ਇਰਾਦੇ ਬਾਰੇ ਨਹੀਂ ਦੱਸਿਆ, ਜੋ ਸਟੇਸ਼ਨ ਦੇ ਅੰਤਰ ਸਰਕਾਰੀ ਸਮਝੌਤੇ ਤਹਿਤ ਜ਼ਰੂਰੀ ਹੈ। ਵਾਸ਼ਿੰਗਟਨ ਵਿੱਚ ਇੱਕ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਕਾਨਫਰੰਸ ਤੋਂ ਬੋਲਦਿਆਂ ਰੋਬਿਨ ਨੇ ਕਿਹਾ ਕਿ ਅਜੇ ਕੁਝ ਵੀ ਅਧਿਕਾਰਤ ਨਹੀਂ ਹੈ, ਸਾਨੂੰ ਅਧਿਕਾਰਤ ਤੌਰ ਤੇ ਕੁਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਰੂਸੀ ਪੁਲਾੜ ਅਧਿਕਾਰੀਆਂ ਦੁਆਰਾ 2024 ਤੋਂ ਬਾਅਦ ਸਪੇਸ ਸਟੇਸ਼ਨ ਨੂੰ ਛੱਡਣ ਦੇ ਰੂਸ ਦੇ ਇਰਾਦੇ ਬਾਰੇ ਪਿਛਲੇ ਐਲਾਨਾਂ ਦੀ ਪੁਸ਼ਟੀ ਕੀਤੀ ਹੈ। ਸਟੇਸ਼ਨ ਦੇ ਸੰਚਾਲਨ ਸੰਬੰਧੀ ਮੌਜੂਦਾ ਅੰਤਰਰਾਸ਼ਟਰੀ ਵਿਵਸਥਾ 2024 ਵਿੱਚ ਸਮਾਪਤ ਹੋ ਰਹੀ ਹੈ। ਨਾਸਾ ਤੇ ਹੋਰ ਅੰਤਰਰਾਸ਼ਟਰੀ ਭਾਈਵਾਲ 2030 ਤੱਕ ਸਪੇਸ ਸਟੇਸ਼ਨ ਨੂੰ ਚਾਲੂ ਰੱਖਣਾ ਚਾਹੁੰਦੇ ਨੇ, ਜੋ ਕਿ ਰੂਸ 2024 ਤੋਂ ਬਾਅਦ ਪ੍ਰਤੀਬੱਧਤਾ ਕਰਨ ਤੋਂ ਝਿਜਕ ਰਿਹਾ ਹੈ। ਇੰਟਰਨੈਸ਼ਨਲ ਸਪੇਸ ਸਟੇਸ਼ਨ ਰੂਸ, ਅਮਰੀਕਾ, ਯੂਰਪ, ਜਾਪਾਨ ਅਤੇ ਕੈਨੇਡਾ ਦੀਆਂ ਪੁਲਾੜ ਏਜੰਸੀਆਂ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ। ਸਟੇਸ਼ਨ ਦੇ ਪਹਿਲੇ ਟੁਕੜੇ ਨੂੰ 1998 ਵਿੱਚ ਆਰਬਿਟ ਅੰਦਰ ਭੇਜਿਆ ਗਿਆ ਸੀ ਤੇ ਕਰੀਬ 22 ਸਾਲ ਤੋਂ ਲਗਾਤਾਰ ਇਸ ਸਟੇਸ਼ਨ ਵਿੱਚ ਹਮੇਸ਼ਾ ਪੁਲਾੜ ਖੋਜੀ ਮੌਜੂਦ ਹੁੰਦੇ ਨੇ। ਜ਼ਿਕਰਯੋਗ ਹੈ ਕਿ ਨਾਸਾ ਅਤੇ ਰਸ਼ੀਅਨ ਅਧਿਕਾਰੀਆਂ ਮੁਤਾਬਕ ਸਮਝੌਤਾ ਇਹ ਯਕੀਨੀ ਬਣਾਉਂਦਾ ਹੈ ਕਿ ਪੁਲਾੜ ਸਟੇਸ਼ਨ ਵਿੱਚ ਹਮੇਸ਼ਾ ਘੱਟੋ-ਘੱਟ ਇੱਕ ਅਮਰੀਕੀ ਅਤੇ ਇੱਕ ਰੂਸੀ ਐਸਟਰੋਨੌਟ ਮੌਜੂਦ ਰਹੇਗਾ, ਤਾਂ ਜੋ ਸਟੇਸ਼ਨ ਦੇ ਦੋਵੇਂ ਹਿੱਸੇ ਸਹੀ ਢੰਗ ਨਾਲ ਚੱਲ ਸਕਣ। ਟਾਕੋ ਬੈਲ ਦੇ ਮੈਨੇਜਰ ਦੇ ਉੱਪਰ ਕਾਰਵਾਈ ਹੋਏਗੀ, ਕਿਉਂਕਿ ਉਸ ਵੱਲੋਂ ਗ੍ਰਾਹਕਾਂ ਦੇ ਉੱਪਰ ਉਬਲਦਾ ਪਾਣੀ ਸੁੱਟਿਆ ਗਿਆ। 2 ਟੀਨੇਜਰ ਸਨ ਜਿਨ੍ਹਾਂ ਦੇ ਉੱਪਰ ਉਬਲਦਾ ਪਾਣੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ। ਇਸ ਦੀ ਵੀਡੀਓ ਵੀ ਹੁਣ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਮੈਨੇਜਰ 2 ਜਾਣਿਆਂ ਤੇ ਪਾਣੀ ਸੁੱਟ ਰਿਹਾ ਹੈ। ਖਾਣ ਪੀਣ ਦੀ ਜਗ੍ਹਾ ਦੇ ਉੱਪਰ 2 ਗ੍ਰਾਹਕ ਖਾਣ ਪੀਣ ਗਏ ਤੇ ਮੈਨੇਜਰ ਵੱਲੋਂ ਉਹਨਾਂ ਦੇ ਉੱਪਰ ਉਬਲਦਾ ਪਾਣੀ ਸੁੱਟ ਦਿੱਤਾ ਗਿਆ। ਇਹ ਮਾਮਲਾ ਟਾਕੋ ਬੈਲ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਮੈਨੇਜਰ ਵੱਲੋਂ ਉਬਲਦਾ ਪਾਣੀ 2 ਗ੍ਰਾਹਕਾਂ ਦੇ ਉੱਪਰ ਸੁੱਟਿਆ ਗਿਆ।
ਜਿਨ੍ਹਾਂ ਗ੍ਰਾਹਕਾਂ ਨਾਲ ਅਜਿਹਾ ਕੀਤਾ ਗਿਆ ਉਹਨਾਂ ਵੱਲੋਂ ਹੁਣ ਮੈਨੇਜਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਲਾਅਸੂਟ ਫਾਈਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਾਕੋ ਬੈਲ ਤੋਂ ਇਹ ਘਟਨਾ ਜੂਨ 17 ਦੌਰਾਨ ਸਾਹਮਣੇ ਆਈ ਸੀ। ਦੱਸ ਦਈਏ ਕਿ ਟਾਕੋ ਬੈਲ ਦੇ ਮੈਨੇਜਰ ਵੱਲੋਂ ਜਿਹੜੇ 2 ਜਾਣਿਆਂ ਤੇ ਉਬਲਦਾ ਪਾਣੀ ਸੁੱਟਿਆ ਗਿਆ ਉਹ ਟੀਨੇਜਰ ਹਨ, ਜਿਨ੍ਹਾਂ ਨੂੰ ਸੱਟਾਂ ਆਈਆਂ ਅਤੇ ਉਹਨਾਂ ਨੂੰ ਟਰਾਮਾ ਦੇ ਵਿੱਚੋਂ ਵੀ ਲੰਘਣਾ ਪਿਆ। ਇਸ ਤੋਂ ਇਲਾਵਾ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਟੋਰ ਮੈਨੇਜਰ ਵੱਲੋਂ ਪਾਣੀ ਭਰਿਆ ਜਾ ਰਿਹਾ ਸੀ। ਉਹ ਪਾਣੀ ਉਬਲਦਾ ਸੀ ਜੋ ਕਿ ਉਸ ਵੱਲੋਂ ਸੁੱਟਿਆ ਗਿਆ। ਇਹ ਦੂਸਰੇ ਕੈਮਰਾ ਐਂਗਲ ਤੋਂ ਨਜ਼ਰ ਆ ਰਿਹਾ ਹੈ ਕਿ ਮੈਨੇਜਰ ਵੱਲੋਂ 2 ਜਾਣਿਆਂ ਉੱਪਰ ਉਬਲਦਾ ਪਾਣੀ ਸੁੱਟਿਆ ਗਿਆ। ਹੁਣ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਾਕੋ ਬੈਲ ਵੱਲੋਂ ਇਸ ਮੁੱਦੇ ਨੂੰ ਲੈ ਕੇ ਕੁਝ ਵੀ ਨਹੀਂ ਬੋਲਿਆ ਜਾ ਰਿਹਾ। ਉਹਨਾਂ ਵੱਲੋਂ ਚੁੱਪੀ ਧਾਰਨ ਕੀਤੀ ਗਈ ਹੈ। ਅਜੇ ਉਹਨਾਂ ਵੱਲੋਂ ਇਸ ਸੰਬੰਧ ਵਿੱਚ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਇਸ ਮਾਮਲੇ ਦੀ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਉਸ ਵਿੱਚ ਦੱਸਿਆ ਗਿਆ ਹੈ ਕਿ ਟਾਕੋ ਬੈਲ ਦੇ ਮੈਨੇਜਰ ਖਿਲਾਫ ਕਾਰਵਾਈ ਕੀਤੀ ਜਾਏਗੀ, ਜਿਸ ਵੱਲੋਂ ਉਬਲਦਾ ਪਾਣੀ ਗ੍ਰਾਹਕਾਂ ਉੱਪਰ ਸੁੱਟਿਆ ਗਿਆ। ਸ਼ਿਕਾਗੋ ਵਿੱਚ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 5 ਦੀ ਮੌਤ ਹੋ ਗਈ ਤੇ 60 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਜਿਹੜੇ 5 ਜਾਣਿਆਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਦੱਸਿਆ ਗਿਆ ਹੈ। ਸ਼ਿਕਾਗੋ ਦੇ ਵਿੱਚ ਵੀਕਐਂਡ ਦੌਰਾਨ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਸ਼ਿਕਾਗੋ ਵਿੱਚ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 5 ਦੀ ਮੌਤ ਹੋ ਗਈ ਤੇ 60 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਇੱਕ 16 ਸਾਲ ਦਾ ਲੜਕਾ ਵੀ ਸ਼ਾਮਲ ਸੀ। ਸ਼ਿਕਾਗੋ ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਕ ਗੋਲੀਬਾਰੀ ਦੀ ਘਟਨਾ ਤਾਂ ਉਸ ਥਾਂ ਦੇ ਉੱਪਰ ਹੋਈ ਜਿੱਥੇ ਕਿਸੇ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਜੀ ਹਾਂ, ਵੀਕਐਂਡ ਦੌਰਾਨ ਸ਼ਿਕਾਗੋ ਵਿੱਚ ਕਈ ਥਾਵਾਂ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ, ਜਿਸ ਦੀ ਡੀਟੇਲ ਹੁਣ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਗੋ ਦੇ ਸਾਊਥ ਸਾਈਡ ਵੱਲ ਜੋ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ, ਉੱਥੇ ਟੀਨੇਜਰ ਦੇ ਐਬਡੋਮਨ ਵਿੱਚ ਗੋਲੀ ਲੱਗੀ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਇੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਅਜੇ ਘਟਨਾਵਾਂ ਨਾਲ ਜੁੜੇ ਹੋਏ ਸਸਪੈਕਟ ਹਿਰਾਸਤ ਵਿੱਚ ਨਹੀਂ ਲਏ ਗਏ। ਵੀਕਐਂਡ ਦੌਰਾਨ ਜੋ ਅਲੱਗ-ਅਲੱਗ ਥਾਵਾਂ ਦੇ ਉੱਪਰ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਏ ਨੇ, ਉਹਨਾਂ ਵਿੱਚ 65 ਦੇ ਕਰੀਬ ਲੋਕਾਂ ਨੂੰ ਗੋਲੀ ਲੱਗੀ ਹੈ। 43 ਅਲੱਗ-ਅਲੱਗ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਵਿੱਚ 23 ਜੁਲਾਈ ਦੀ ਘਟਨਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿੱਥੇ ਫਿਊਨਰਲ ਵਿੱਚ ਗੋਲੀਆਂ ਚੱਲੀਆਂ। ਪੁਲਿਸ ਦੇ ਦੱਸਣ ਮੁਤਾਬਕ 23 ਜੁਲਾਈ 2:30 ਦੇ ਕਰੀਬ ਯੂਨੀਵਰਸਲ ਕਮਿਊਨਿਟੀ ਮਿਸ਼ਨਰੀ ਚਰਚ ਦੇ ਬਾਹਰ ਗੋਲੀਆਂ ਚੱਲੀਆਂ। 3 ਜਾਣਿਆਂ ਨੂੰ ਗੋਲੀ ਲੱਗਣ ਦੀ ਇੱਥੋਂ ਘਟਨਾ ਸਾਹਮਣੇ ਆਈ। ਪੁਲਿਸ ਦੇ ਦੱਸਣ ਮੁਤਾਬਕ ਪੀੜਤਾਂ ਦੀ ਉਮਰ 20 ਸਾਲ ਤੋਂ 27 ਸਾਲ ਦੇ ਵਿਚਕਾਰ ਦੱਸੀ ਗਈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇੱਕ 20 ਸਾਲ ਦੇ ਲੜਕੇ ਦੇ ਐਬਡੋਮਨ ਵਿੱਚ, ਮੋਢੇ ਤੇ ਲੱਤ ਵਿੱਚ ਗੋਲੀ ਲੱਗਣ ਦੇ ਬਾਰੇ ਵੀ ਦੱਸਿਆ ਗਿਆ। ਹੋਰ ਜੋ ਇੱਕ 37 ਸਾਲ ਦਾ ਪੀੜਤ ਹੈ, ਉਸ ਦੇ ਪੱਟ ਦੇ ਵਿੱਚ ਗੋਲੀ ਲੱਗੀ। ਤੀਸਰੇ ਪੀੜਤ ਦੇ ਅਪਰ ਰਾਈਟ ਸਾਈਡ ਦੇ ਉੱਪਰ ਗੋਲੀ ਲੱਗਣ ਦੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਸਸਪੈਕਟ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਵੀਕਐਂਡ 8 ਜਾਣਿਆਂ ਦੀ ਮੌਤ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸ਼ਿਕਾਗੋ ਵਿੱਚ ਵੱਧ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਹੁਣ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਯਾਤਰੀਆਂ ਦੀ ਪਰੇਸ਼ਾਨੀ ਦਾ ਨਿਕਲਿਆ ਹੱਲ। 에ਅਰਪੋਰਟ ਤੇ ਯਾਤਰੀਆਂ ਨੂੰ ਹੋ ਰਹੀ ਸੀ ਪਰੇਸ਼ਾਨੀ। ਤੂਫਾਨ ਕਾਰਨ ਨੁਕਸਾਨ। ਓਨਟਾਰੀਓ ਤੋਂ ਆਈ ਜਾਣਕਾਰੀ। ਮਈ ਮਹੀਨੇ ਸੇਲ ਵਿੱਚ ਵਾਧਾ। $7.4 ਬਿਲੀਅਨ ਦੀ ਹੋਈ ਸੇਲ। ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮਯਾਬ। ਪੁਲਿਸ ਨੇ ਕੀਤੀ ਵਿਅਕਤੀ ਤੇ ਕਾਰਵਾਈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਘੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।